ਹੈਲੋ एवरीवन। ਅੱਜ ਅਸੀਂ ਜੋ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ ਉਹ ਹੈ ਵੇਜ਼ ਟੂ ਓਵਰਕਮ ਕਮਿਊਨੀਕੇਸ਼ਨ ਬੈਰੀਅਰਸ। ਮਤਲਬ ਜਿਹੜੀਆਂ ਸਾਡੀ ਕਮਿਊਨੀਕੇਸ਼ਨ ਦੇ ਵਿੱਚ ਰੁਕਾਵਟਾਂ ਆਉਂਦੀਆਂ ਨੇ ਉਹਨਾਂ ਨੂੰ ਆਪਾਂ ਕਿਸ ਤਰੀਕੇ ਦੇ ਨਾਲ ਦੂਰ ਕਰ ਸਕਦੇ ਹਾਂ। ਹੁਣ ਅਸੀਂ ਕਮਿਊਨੀਕੇਸ਼ਨ ਬੈਰੀਅਰਸ ਬਾਰੇ ਪੜਾਂਗੇ ਕਿ ਕਮਿਊਨੀਕੇਸ਼ਨ ਬੈਰੀਅਰਸ ਹੁੰਦੇ ਕੀ ਆ। ਇਟ ਪ੍ਰੀਵੈਂਟ ਰਿਸੀਵਰ ਫਰੋਮ ਰਿਸੀਵਿੰਗ ਔਰ ਅੰਡਰਸਟੈਂਡਿੰਗ ਮੈਸੇਜ। ਇਸ ਦਾ ਮਤਲਬ ਕੀ ਹੈ ਕਿ ਜਦੋਂ ਸੈਂਡਰ ਰਿਸੀਵਰ ਨੂੰ ਕੋਈ ਵੀ ਇਨਫੋਰਮੇਸ਼ਨ ਜਾਂ ਕੋਈ ਵੀ ਮੈਸੇਜ ਸੈਂਡ ਕਰਦਾ ਹੈ, ਰਿਸੀਵਰ ਨੂੰ ਜਾਂ ਤਾਂ ਉਹ ਇਨਫੋਰਮੇਸ਼ਨ ਜਾਂ ਮੈਸੇਜ ਪ੍ਰੋਪਰ ਵੇ ਦੇ ਨਾਲ ਮਿਲਦਾ ਨਹੀਂ ਹੈ ਤੇ ਜਾਂ ਫਿਰ ਉਹ ਉਹਨੂੰ ਚੰਗੇ ਤਰੀਕੇ ਦੇ ਨਾਲ ਸਮਝ ਨਹੀਂ ਪਾਉਂਦਾ। ਇਹ ਕਿਉਂ ਹੁੰਦਾ ਹੈ? ਕਿਉਂਕਿ ਕਿਸੇ ਰੁਕਾਵਟ ਦੇ ਕਾਰਨ ਜਿਹੜਾ ਮੈਸੇਜ ਆ ਉਹ ਐਕਚੁਅਲ ਦੇ ਵਿੱਚ ਰਿਸੀਵਰ ਨੂੰ ਮਿਲਦਾ ਹੀ ਨਹੀਂ ਹੈ ਤੇ ਜਿਸ ਕਰਕੇ ਉਹਦਾ ਕੋਈ ਗਲਤ ਮਤਲਬ ਕੱਢ ਸਕਦਾ ਹੈ। ਤੇ ਇਹ ਜਿਹੜੀਆਂ ਰੁਕਾਵਟਾਂ ਆਉਂਦੀਆਂ ਹਨ ਇਹਨਾਂ ਨੂੰ ਆਪਾਂ ਕੀ ਕਹਿੰਦੇ ਆ? ਕਮਿਊਨੀਕੇਸ਼ਨ ਬੈਰੀਅਰਸ। ਹੁਣ ਅਸੀਂ ਕਮਿਊਨੀਕੇਸ਼ਨ ਬੈਰੀਅਰਸ ਦੀ ਟਾਈਪਸ ਬਾਰੇ ਪੜਾਂਗੇ ਕਿ ਇਹ ਕਿਹੜੇ-ਕਿਹੜੇ ਹੁੰਦੇ ਨੇ। ਸਭ ਤੋਂ ਪਹਿਲਾਂ ਸਾਡੇ ਕੋਲ ਲੈਂਗੁਏਜ ਬੈਰੀਅਰਸ ਆਉਂਦੇ ਨੇ, ਫਿਰ ਸਾਡੇ ਕੋਲ ਇਮੋਸ਼ਨਲ ਐਂਡ ਸਾਈਕੋਲੋਜੀਕਲ ਬੈਰੀਅਰਸ ਹੁੰਦੇ ਨੇ, ਥਰਡ ਵਨ ਇਜ਼ ਫਿਜ਼ੀਕਲ ਬੈਰੀਅਰਸ, ਫੋਰਥ ਵਨ ਕਲਚਰਲ ਬੈਰੀਅਰਸ ਤੇ ਲਾਸਟ ਹੁੰਦੇ ਸਾਡੇ ਕੋਲ ਸਿਮੈਂਟਿਕ ਬੈਰੀਅਰਸ। ਹੁਣ ਅਸੀਂ ਇਹਨਾਂ ਬੈਰੀਅਰਸ ਨੂੰ ਕਿਸ ਤਰੀਕੇ ਦੇ ਨਾਲ ਰਿਮੂਵ ਕਰਾਂਗੇ ਉਸ ਦੇ ਬਾਰੇ ਪੜ੍ਹਦੇ ਹਾਂ। ਸਭ ਤੋਂ ਪਹਿਲਾ ਤਰੀਕਾ ਹੈ ਅਵੋਇਡ ਜਾਰਗਨ, ਸੈਕੰਡ ਵਨ ਇਜ਼ ਕਲੈਰਿਟੀ, ਥਰਡ ਵਨ ਇਜ਼ ਕੰਟਰੋਲ ਓਵਰ ਇਮੋਸ਼ਨਸ, fourth one is beware of language and tone, fifth one is ensure feedback, and the sixth one is proper medium। ਹੁਣ ਅਸੀਂ ਕਮਿਊਨੀਕੇਸ਼ਨ ਬੈਰੀਅਰਸ ਨੂੰ ਰਿਮੂਵ ਕਰਨ ਦੇ ਤਰੀਕਿਆਂ ਬਾਰੇ ਐਕਸਪਲੇਨ ਦੇ ਵਿੱਚ ਪੜਾਂਗੇ। ਸਭ ਤੋਂ ਪਹਿਲਾਂ ਹੈਗਾ ਸਾਡੇ ਕੋਲ ਅਵੋਇਡ ਜਾਰਗਨ। ਜਾਰਗਨ ਕੀ ਹੁੰਦੇ ਸਾਡੇ ਕੋਲ? ਜਾਰਗਨ ਮੀਨਸ ਟੈਕਨੀਕਲ ਵਰਡਸ। ਦੇਖੋ ਕਈ ਵਾਰੀ ਅਸੀਂ ਕੀ ਕਰਦੇ ਹਾਂ ਕਿ ਜਦੋਂ ਕਮਿਊਨੀਕੇਸ਼ਨ ਕਰਨੀ ਹੁੰਦੀ ਹੈ ਉਸ ਵੇਲੇ ਆਪਾਂ ਕੀ ਕਰਦੇ ਕਿ ਕਾਫੀ ਟੈਕਨੀਕਲ ਵਰਡਸ ਯੂਜ਼ ਕਰ ਲੈਂਦੇ ਹਾਂ, ਜਿਹਦੇ ਨਾਲ ਕੀ ਹੁੰਦਾ ਹੈਗਾ ਕਿ ਜਿਹੜਾ ਰਿਸੀਵਰ ਆ ਉਹਨੂੰ ਸਮਝ ਹੀ ਨਹੀਂ ਪਾਉਂਦਾ ਕਿਉਂਕਿ ਉਹ ਉਸਦੇ ਲੈਵਲ ਦੇ ਹੁੰਦੇ ਹੀ ਨਹੀਂ ਆ। ਤੇ ਇਸ ਲਈ ਜਦੋਂ ਵੀ ਆਪਾਂ ਕਮਿਊਨੀਕੇਸ਼ਨ ਕਰਨੀ ਆ ਸਾਨੂੰ ਪਹਿਲਾਂ ਇਹ ਦੇਖ ਲੈਣਾ ਚਾਹੀਦਾ ਹੈ ਕਿ ਸਾਡੀ ਜਿਹੜੀ ਆਡੀਅנס ਆ ਉਹਨੂੰ ਉਹ ਵਾਲੇ ਵਰਡਸ ਜਿਹੜੇ ਹੈਗੇ ਆ ਉਹ ਅੰਡਰਸਟੈਂਡ ਹੋ ਵੀ ਜਾਣਗੇ ਕਿ ਨਹੀਂ ਹੋਣਗੇ। ਜੇਕਰ ਸਾਡੀ ਆਡੀਅנס ਉਸ ਲੈਵਲ ਦੀ ਨਹੀਂ ਹੈ ਤਾਂ ਆਪਾਂ ਜਾਰਗਨ ਮੀਨਸ ਟੈਕਨੀਕਲ ਵਰਡਸ ਆਪਾਂ ਉੱਥੇ ਯੂਜ਼ ਕਰ ਰਹੇ ਹਾਂ, ਉਹਦੇ ਨਾਲ ਕੀ ਹੋ ਜਾਣਾ ਸਾਡੀ ਜਿਹੜੀ ਕਮਿਊਨੀਕੇਸ਼ਨ ਆ ਉਹ ਬਰਥਲੈਸ ਹੋ ਜਾਏਗੀ ਕਿਉਂਕਿ ਉਹਨਾਂ ਨੂੰ ਕੀ ਹੋਣਾ ਉਹ ਵਾਲੇ ਸ਼ਬਦ ਜਿਹੜੇ ਹੈਗੇ ਉਹ ਸਮਝ ਹੀ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਚੱਲਣਾ ਕਿ ਕੀ ਹੋ ਰਿਹਾ ਕਿ ਕਿਹੜੇ ਵਰਡਸ ਆ, ਇਹਨਾਂ ਦਾ ਕੀ ਮੀਨਿੰਗ ਆ। ਇਸ ਲਈ ਜਦੋਂ ਵੀ ਆਪਾਂ ਕਮਿਊਨੀਕੇਸ਼ਨ ਕਰਨੀ ਆ ਅਸੀਂ ਸਿੰਪਲ ਵਰਡਸ ਦੇ ਵਿੱਚ ਕਰਨੀ ਆ, ਸਾਨੂੰ ਟੈਕਨੀਕਲ ਵਰਡਸ ਯੂਜ਼ ਨਹੀਂ ਕਰਨੇ ਚਾਹੀਦੇ ਜਦੋਂ ਸਾਡੀ ਆਡੀਅנס ਉਸ ਲੈਵਲ ਦੀ ਨਾ ਹੋਵੇ। ਨੈਕਸਟ ਹੈ ਕਲੈਰਿਟੀ। ਕਲੈਰਿਟੀ ਮੀਨਸ ਕੀ ਆ ਕਿ ਜਿਹੜਾ ਸਾਡਾ ਮੈਸੇਜ ਆ ਉਹ ਬਿਲਕੁਲ ਹੀ ਕਲੀਅਰ ਹੋਣਾ ਚਾਹੀਦਾ, ਰਾਈਟ। ਜਿਹੜਾ ਸੈਂਡਰ ਆ ਉਹਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਕਿਹੜਾ ਮੈਸੇਜ ਸੈਂਡ ਕਰ ਰਿਹਾ, ਠੀਕ ਹੈ। ਉਸ ਮੈਸੇਜ ਦੇ ਰਿਗਾਰਡਿੰਗ ਉਹਦੇ ਜਿਹੜੇ ਆਈਡੀਆਸ ਤੇ ਜਿਹੜੇ ਕਨਸੈਪਟਸ ਹੈਗੇ ਆ ਉਹ ਬਿਲਕੁਲ ਹੀ ਕਲੀਅਰ ਹੋਣੇ ਚਾਹੀਦੇ ਆ, ਠੀਕ ਹੈ। ਜੇਕਰ ਉਹ ਜਿਹੜਾ ਪਰਸਨ ਕੋਈ ਵੀ ਮੈਸੇਜ ਸੈਂਡ ਕਰ ਰਿਹਾ ਉਹ ਆਪ ਹੀ ਨਹੀਂ ਸ਼ੋਰ ਹੈਗਾ ਉਸ ਟੌਪਿਕ ਨੂੰ ਲੈ ਕੇ ਜਾਂ ਉਹਨੂੰ ਪਤਾ ਹੀ ਨਹੀਂ ਕਿ ਕੀ ਮੈਸੇਜ ਮੈਂ ਸੈਂਡ ਕਰਨਾ, ਤਾਂ ਉਹ ਕਿਸ ਤਰੀਕੇ ਦੇ ਨਾਲ ਜਿਹੜੀ ਆਡੀਅנס ਆ ਉਹਨੂੰ ਸੈਟੀਸਫਾਈ ਕਰ ਪਾਏਗਾ, ਠੀਕ ਹੈ। ਇਸ ਕਰਕੇ ਮੈਸੇਜ ਸੈਂਡ ਕਰਨ ਤੋਂ ਪਹਿਲਾਂ ਜਿਹੜਾ ਹੈਗਾ ਸੈਂਡਰ ਆ ਉਹਨੂੰ ਪਤਾ ਹੋਣਾ ਚਾਹੀਦਾ ਕਿ ਕੀ ਮੈਸੇਜ ਸੈਂਡ ਕਰਨਾ ਤੇ ਕਿਹੜੀ ਇਨਫੋਰਮੇਸ਼ਨ ਜਿਹੜੀ ਹੈਗੀ ਉਹ ਸੈਂਡ ਕਰਨੀ ਹੈ, ਰਾਈਟ। ਹੁਣ ਜਿੱਦਾਂ ਆਪਾਂ ਇੱਕ ਸ਼ਾਰਟ ਐਗਜ਼ਾਮਪਲ ਹੀ ਲੈਂਦੇ ਆ ਕਿ ਜਿੱਦਾਂ ਕਲਾਸ ਦੇ ਵਿੱਚ ਕੋਈ ਟੀਚਰ ਆ, ਰਾਈਟ, ਉਹਨੇ ਕੋਈ ਟੌਪਿਕ ਪੜ੍ਹਾਉਣਾ, ਜੇਕਰ ਉਹਦੇ ਆਪਣੀ ਉਸ ਟੌਪਿਕ ਨੂੰ ਰਿਗਾਰਡਿੰਗ ਲੈ ਕੇ ਡਾਊਟਸ ਜਿਹੜੇ ਹੈਗੇ ਆ ਉਹ ਕਲੀਅਰ ਨਹੀਂ ਹੋਊਗੇ ਤਾਂ ਉਹ ਸਟੂਡੈਂਟਸ ਦੇ ਜਿਹੜੇ ਹੈਗੇ ਆ ਡਾਊਟਸ ਉਹ ਕਿਸ ਤਰੀਕੇ ਦੇ ਨਾਲ ਕਲੀਅਰ ਕਰ ਪਾਊਗਾ, ਰਾਈਟ। ਉੱਥੇ ਕੀ ਆ ਜਾਣਾ, ਇੱਕ ਕਮਿਊਨੀਕੇਸ਼ਨ ਬੈਰੀਅਰ ਆ ਜਾਣਾ ਕਿਉਂਕਿ ਜਿਹੜੇ ਹੈਗੇ ਸਟੂਡੈਂਟਸ ਜਿਹੜੇ ਹੈਗੇ ਉਹਨਾਂ ਨੂੰ ਕਲੀਅਰ ਹੀ ਨਹੀਂ ਹੋਣਾ ਕਿ ਜਿਹੜਾ ਸਾਡਾ ਟੀਚਰ ਆ ਸਾਨੂੰ ਕੀ ਮੈਸੇਜ ਦੇਣਾ ਚਾਹ ਰਿਹਾ, ਰਾਈਟ। ਇਸ ਕਰਕੇ ਜਿਹੜੀ ਕਲੈਰਿਟੀ ਹੈਗੀ ਆ ਉਹ ਕਮਿਊਨੀਕੇਸ਼ਨ ਬੈਰੀਅਰ ਨੂੰ ਰਿਮੂਵ ਕਰਨ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ। ਨੈਕਸਟ ਪੁਆਇੰਟ ਇਜ਼ ਕੰਟਰੋਲ ਓਵਰ ਇਮੋਸ਼ਨਸ। ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ ਕਿ ਜਿਹੜਾ ਵੀ ਪਰਸਨ ਜਿਹੜਾ ਲੈਕਚਰ ਦਿੰਦਾ ਪਿਆ ਹੈਗਾ ਜਾਂ ਫਿਰ ਕੋਈ ਵੀ ਜਿਹੜਾ ਸੈਂਡਰ ਹੈਗਾ ਉਹਨੂੰ ਆਪਣੇ ਇਮੋਸ਼ਨਸ ਦੇ ਉੱਤੇ ਪੂਰੇ ਤਰੀਕੇ ਦੇ ਨਾਲ ਕੰਟਰੋਲ ਰੱਖਣਾ ਚਾਹੀਦਾ ਹੈ, ਠੀਕ ਹੈ। ਕਈ ਵਾਰੀ ਕੀ ਹੁੰਦਾ ਕਿ ਜਿਹੜਾ ਪਰਸਨ ਉਹ ਬਹੁਤ ਜ਼ਿਆਦਾ ਖੁਸ਼ ਹੁੰਦਾ ਉਸ ਟਾਈਮ ਤੇ ਜਿਹੜਾ ਜਿਹਨੇ ਲੈਕਚਰ ਦੇਣਾ ਜਾਂ ਫਿਰ ਜਿਹੜਾ ਵੀ ਕੋਈ ਸੈਂਡਰ ਹੈਗਾ ਉਸ ਖੁਸ਼ੀ ਦੇ ਵਿੱਚ ਕੀ ਹੁੰਦਾ ਕਿ ਉਹ ਓਵਰ ਐਕਸਾਈਟਡ ਹੋ ਜਾਂਦਾ, ਜਿਸ ਕਰਕੇ ਉਹ ਪ੍ਰੋਪਰ ਵੇ ਦੇ ਨਾਲ ਜਿਹੜੀ ਹੈਗੀ ਆਪਣੀ ਗੱਲ ਨੂੰ ਡਿਲੀਵਰ ਨਹੀਂ ਕਰ ਪਾਉਂਦਾ। ਤੇ ਕਈ ਵਾਰੀ ਇਸ ਤਰੀਕੇ ਦੇ ਨਾਲ ਹੋ ਸਕਦਾ ਕਿ ਜਿਹੜਾ ਪਰਸਨ ਆ ਉਹ ਡਰਿਆ ਹੋਇਆ ਹੋ ਸਕਦਾ ਹੈ,
ਰਾਈਟ। ਜਦੋਂ ਡਰ ਗਿਆ ਤੇ ਦੈਟ ਮੀਨਸ ਉਸ ਵੇਲੇ ਵੀ ਉਹਦੇ ਕੋਲ ਪ੍ਰੋਪਰ ਵੇ ਦੇ ਨਾਲ ਜਿਹੜੀ ਹੈਗੀ ਆਪਣੀ ਗੱਲ ਸਮਝਾਉਣੀ ਹੋਣੀ ਆਪਣੀ ਆਡੀਅנס ਨੂੰ। ਇਸ ਕਰਕੇ ਜਿਹੜਾ ਸੈਂਡਰ ਵਾ ਜਾਂ ਫਿਰ ਕੋਈ ਵੀ ਜਿਹੜਾ ਪਰਸਨ ਆ ਜਿਹਨੇ ਕਮਿਊਨੀਕੇਸ਼ਨ ਕਰਨੀ ਆ, ਰਾਈਟ, ਉਹਨੂੰ ਕੀ ਕਰਨਾ ਚਾਹੀਦਾ, ਆਪਣੇ ਜਿਹੜੇ ਇਮੋਸ਼ਨਸ ਦੇ ਉੱਤੇ ਪ੍ਰੋਪਰ ਵੇ ਦੇ ਨਾਲ ਚੰਗੀ ਤਰੀਕੇ ਦੇ ਨਾਲ ਉਹਦਾ ਕੰਟਰੋਲ ਹੋਣਾ ਚਾਹੀਦਾ, ਤਾਂ ਕਿ ਉਹ ਹਰ ਹਾਲਾਤ ਦੇ ਵਿੱਚ ਜਿਹੜੀ ਹੈਗੀ ਆ ਆਪਣੀ ਕਮਿਊਨੀਕੇਸ਼ਨ ਨੂੰ ਸਕਸੈਸਫੁਲ ਬਣਾਉਣ ਦੇ ਲਈ ਜਿਹੜਾ ਹੈਗਾ ਆ ਆਪਣੇ ਇਮੋਸ਼ਨਸ ਨੂੰ ਕੰਟਰੋਲ ਕਰਕੇ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਣਾ ਲੈਕਚਰ ਉਹ ਡਿਲੀਵਰ ਕਰ ਸਕੇ, ਤਾਂ ਜੋ ਜਿਹੜੀ ਉਹਦੀ ਆਡੀਅנס ਦੇ ਵਿੱਚ ਕਿਸੇ ਪ੍ਰਕਾਰ ਦੀ ਮਿਸਅੰਡਰਸਟੈਂਡਿੰਗ ਨਾ ਰਵੇ। ਜੋ ਵੀ ਉਹ ਆਪਣਾ ਜਿਹੜਾ ਮੈਸੇਜ ਡਿਲੀਵਰ ਕਰਨਾ ਚਾਹੁੰਦਾ ਸੀ ਉਹ ਪ੍ਰੋਪਰ ਵੇ ਦੇ ਨਾਲ ਉਹਨਾਂ ਤੱਕ ਪਹੁੰਚ ਸਕੇ। ਕਮਿਊਨੀਕੇਸ਼ਨ ਬੈਰੀਅਰ ਨੂੰ ਰਿਮੂਵ ਕਰਨ ਦੇ ਲਈ ਸਾਡੀ ਜਿਹੜੀ ਲੈਂਗੁਏਜ ਤੇ ਜਿਹੜੀ ਸਾਡੀ ਟੋਨ ਆ ਉਹ ਵੀ ਬਹੁਤ ਜ਼ਿਆਦਾ ਜਿਹੜੀ ਹੈਗੀ ਮਹੱਤਵ ਰੱਖਦੀ ਹੈ, ਰਾਈਟ। ਸਾਨੂੰ ਸਭ ਤੋਂ ਪਹਿਲਾਂ ਇਹ ਦੇਖ ਲੈਣਾ ਚਾਹੀਦਾ ਹੈ ਕਿ ਜਿਸ ਪਰਸਨ ਦੇ ਨਾਲ ਅਸੀਂ ਕਮਿਊਨੀਕੇਟ ਕਰਦੇ ਪਏ ਆ ਉਹਨੂੰ ਸਾਡੀ ਜਿਹੜੀ ਲੈਂਗੁਏਜ ਆ ਉਹ ਸਮਝ ਵੀ ਲੱਗਦੀ ਪਈ ਹੈ ਜਾਂ ਨਹੀਂ ਲੱਗਦੀ ਪਈ। ਠੀਕ ਹੈ, ਅਸੀਂ ਕਮਿਊਨੀਕੇਟ ਕਰੀ ਜਾਂਦੇ ਪਏ ਉਹਦੇ ਨਾਲ, ਰਾਈਟ, ਕਿ ਉਹਨੂੰ ਤਾਂ ਸਾਡੀ ਗੱਲ ਸਮਝ ਹੀ ਨਹੀਂ ਲੱਗਦੀ। ਉਸ ਵੇਲੇ ਜਿਹੜੀ ਸਾਡੀ ਕਮਿਊਨੀਕੇਸ਼ਨ ਆ ਉਹ ਕੀ ਹੋ ਜਾਣੀ ਆ, ਬਰਥਲੈਸ ਹੋ ਜਾਣੀ ਆ। ਮਤਲਬ ਉਸ ਕਮਿਊਨੀਕੇਸ਼ਨ ਦਾ ਕੀ ਫਾਇਦਾ ਜਿਹਨੂੰ ਜਿਹੜੀ ਮੋਰਲੀ ਆਡੀਅנס ਆ ਉਹਨੂੰ ਸਾਡੀ ਗੱਲ ਹੀ ਨਾ ਸਮਝ ਲੱਗੇ, ਰਾਈਟ। ਮੈਨੂੰ ਹਿੰਦੀ ਆਉਂਦੀ, ਮੈਨੂੰ ਪੰਜਾਬੀ ਆਉਂਦੀ, ਮੈਨੂੰ ਇੰਗਲਿਸ਼ ਆਉਂਦੀ ਆ, ਬਟ ਜਿਸ ਪਰਸਨ ਦੇ ਨਾਲ ਮੈਂ ਗੱਲ ਕਰਦਾ ਪਿਆ ਉਹਨੂੰ ਇਹ ਤਿੰਨੇ ਲੈਂਗੁਏਜਸ ਨਹੀਂ ਆਉਂਦੀਆਂ ਪਈਆਂ। ਠੀਕ ਹੈ, ਮੈਂ ਹਿੰਦੀ 'ਚ ਕਮਿਊਨੀਕੇਟ ਕਰੀ ਜਾ ਰਿਹਾ, ਉਸ ਪਰਸਨ ਨੂੰ ਜਿਹੜੀ ਹੈਗੀ ਆ ਲੈਂਗੁਏਜ ਸਮਝ ਹੀ ਨਹੀਂ ਆਉਂਦੀ ਪਈ, ਤੇ ਉਸ ਵੇਲੇ ਜੋ ਮੈਂ ਉਹਨੂੰ ਕਹਿਣਾ ਚਾਹ ਰਿਹਾ ਉਹਨੂੰ ਤਾਂ ਉਹ ਵਾਲੀ ਗੱਲ ਸਮਝ ਹੀ ਨਹੀਂ ਲੱਗਣੀ। ਕਲੀਅਰ। ਇਸ ਕਰਕੇ ਜਦੋਂ ਵੀ ਅਸੀਂ ਕਮਿਊਨੀਕੇਸ਼ਨ ਕਰਨੀ ਆ ਸਭ ਤੋਂ ਪਹਿਲਾਂ ਮੇਕ ਸ਼ੋਰ ਕਰ ਲੈਣਾ ਕਿ ਜਿਸ ਪਰਸਨ ਦੇ ਨਾਲ ਅਸੀਂ ਗੱਲ ਕਰਦੇ ਪਏ ਆ ਉਹਨੂੰ ਜਿਹੜੀ ਹੈਗੀ ਆ ਸਾਡੀ ਲੈਂਗੁਏਜ ਸਮਝ ਆਉਣੀ ਚਾਹੀਦੀ ਹੈ। ਮਤਲਬ ਸਾਨੂੰ ਉਸ ਪਰਸਨ ਦੀ ਲੈਂਗੁਏਜ ਦੇ ਵਿੱਚ ਗੱਲ ਕਰਨੀ ਚਾਹੀਦੀ ਆ। ਠੀਕ ਹੈ, ਜੇਕਰ ਸਾਨੂੰ ਦੋਨਾਂ ਨੂੰ ਆਪਸ ਦੇ ਵਿੱਚ ਇੱਕ ਦੂਜੇ ਦੀ ਜਿਹੜੀ ਹੈਗੀ ਆ ਲੈਂਗੁਏਜ ਜਿਹੜੀ ਹੈਗੀ ਆ ਸਮਝ ਨਹੀਂ ਆਵੇਗੀ ਤੇ ਜਿਹੜੀ ਸਾਡੀ ਕਮਿਊਨੀਕੇਸ਼ਨ ਆ ਉੱਥੇ ਬਰਥਲੈਸ ਹੋ ਜਾਣੀ ਆ ਤੇ ਉਸ ਕਮਿਊਨੀਕੇਸ਼ਨ ਦਾ ਕੋਈ ਵੀ ਮੀਨਿੰਗ ਨਹੀਂ ਰਹਿਣਾ। ਕਿਸੇ ਵੀ ਕਮਿਊਨੀਕੇਸ਼ਨ ਦੀ ਜਿਹੜੀ ਸਕਸੈਸ ਆ ਉਹ ਉਹਦੇ ਫੀਡਬੈਕ ਦੇ ਉੱਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਆ, ਰਾਈਟ। ਦੇਖੋ, ਅਸੀਂ ਕਮਿਊਨੀਕੇਟ ਕਰੀ ਜਾਂਦੇ ਕਿਸੇ ਦੇ ਨਾਲ, ਅਸੀਂ ਆਪਣੀ ਉਹਨੂੰ ਗੱਲ ਦੱਸੀ ਜਾਂਦੇ ਆ, ਜੇਕਰ ਆਪਾਂ ਉਸ ਚੀਜ਼ ਦਾ ਫੀਡਬੈਕ ਹੀ ਨਹੀਂ ਲਵਾਂਗੇ ਉਹਦੇ ਕੋਲੋਂ, ਸਾਨੂੰ ਕਿੱਦਾਂ ਪਤਾ ਚੱਲੂਗਾ ਕਿ ਜਿਹੜੀ ਹੈਗੀ ਆ ਜਿਸ ਪਰਸਨ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ ਉਹਨੂੰ ਉਹਦੀ ਗੱਲ ਸਮਝ ਲੱਗ ਗਈ ਹੈ ਜਾਂ ਉਹਦੇ ਰਿਗਾਰਡਿੰਗ ਕੋਈ ਕੁਐਰੀ ਨਹੀਂ ਹੈਗੀ ਜਾਂ ਉਹਦੀ ਕੋਈ ਡਾਊਟ ਨਹੀਂ ਹੈਗੀ। ਇਸ ਕਰਕੇ ਜਿਹੜੀ ਫੀਡਬੈਕ ਆ ਉਹ ਕਮਿਊਨੀਕੇਸ਼ਨ ਦੀ ਸਕਸੈਸਫੁਲ ਦੇ ਵਿੱਚ ਬਹੁਤ ਜ਼ਿਆਦਾ ਮਹੱਤਵ ਰੱਖਦਾ, ਰਾਈਟ। ਹੁਣ ਦੇਖੋ, ਕਲਾਸ ਦੇ ਵਿੱਚ ਟੀਚਰ ਆ, ਉਹ ਬੱਚਿਆਂ ਨੂੰ ਆਪਣਾ ਲੈਕਚਰ ਡਿਲੀਵਰ ਕਰਦਾ, ਜੇਕਰ ਉਹ ਬੱਚਿਆਂ ਦੇ ਕੋਲੋਂ ਪੁੱਛੇਗਾ ਹੀ ਨਹੀਂ ਕਿ ਤੁਹਾਨੂੰ ਮੇਰਾ ਪੜ੍ਹਾਇਆ ਹੋਇਆ ਸਮਝ ਲੱਗ ਗਿਆ ਜਾਂ ਨਹੀਂ ਲੱਗਿਆ, ਤਾਂ ਟੀਚਰ ਨੂੰ ਕਿੱਦਾਂ ਪਤਾ ਲੱਗੂਗਾ ਕਿ ਬੱਚਿਆਂ ਦੀ ਇੱਥੇ ਡਾਊਟ ਹੈਗੀ ਆ ਜਾਂ ਇਹ ਵਾਲੀ ਚੀਜ਼ ਉਹਨਾਂ ਨੂੰ ਦੁਬਾਰਾ ਸਮਝਾਉਣ ਦੀ ਲੋੜ ਆ। ਇਸ ਕਰਕੇ ਜਿਹੜਾ ਫੀਡਬੈਕ ਨਾਲ ਦੀ ਨਾਲ ਸਾਨੂੰ ਕਮਿਊਨੀਕੇਸ਼ਨ ਦੇ ਵਿੱਚ ਲੈਂਦੇ ਰਹਿਣਾ ਚਾਹੀਦਾ ਹੈ, ਤਾਂ ਕਿ ਜਿਹੜੀ ਹੈਗੀ ਕਮਿਊਨੀਕੇਸ਼ਨ ਸਾਡੀ ਸਕਸੈਸਫੁਲ ਹੋ ਸਕੇ, ਤਾਂ ਜੋ ਵੀ ਚੀਜ਼ ਆਪਾਂ ਕਿਸੇ ਨੂੰ ਦੱਸਣਾ ਚਾਹੁੰਦੇ ਸੀ ਜਾਂ ਜੋ ਵੀ ਮੈਸੇਜ ਡਿਲੀਵਰ ਕਰਨਾ ਚਾਹੁੰਦੇ ਸੀ ਉਹ ਪ੍ਰੋਪਰਲੀ ਜਿਹੜੇ ਹੈਗੇ ਸਾਡੇ ਆਡੀਅנס ਆ ਉਹਨਾਂ ਤੱਕ ਪਹੁੰਚ ਸਕੇ ਤੇ ਉਹ ਉਸ ਮੈਸੇਜ ਨੂੰ ਜਿਹੜਾ ਹੈਗਾ ਆ ਅੰਡਰਸਟੈਂਡ ਕਰ ਸਕਣ ਕਿ ਮੈਸੇਜ ਕੀ ਸੀ। ਠੀਕ ਹੈ, ਕਈ ਵਾਰੀ ਕੀ ਹੁੰਦਾ ਕਿ ਕਈ ਵਾਰੀ ਕੋਈ ਨਾ ਕੋਈ ਇੱਕ ਵਾਰੀ ਤਾਂ ਹਰੇਕ ਦੇ ਮਾਈਂਡ ਦੇ ਵਿੱਚ ਆ ਹੀ ਜਾਂਦੀ ਆ ਕਿ ਮੈਸੇਜ ਅੰਡਰਸਟੈਂਡ ਨਹੀਂ ਕਰ ਪਾਉਂਦੇ। ਇਸ ਕਰਕੇ ਜੇਕਰ ਅਸੀਂ ਉਹਨਾਂ ਕੋਲੋਂ ਫੀਡਬੈਕ ਲੈ ਲਵਾਂਗੇ ਤੇ ਜਿਹੜਾ ਹੈਗਾ ਮਤਲਬ ਉਹਨਾਂ ਦੀਆਂ ਜਿਹੜੀਆਂ ਡਾਊਟਸ ਵੀ ਕਲੀਅਰ ਹੋ ਜਾਣਗੀਆਂ ਤੇ ਜਿਹੜੀ ਸਾਡੀ ਕਮਿਊਨੀਕੇਸ਼ਨ ਆ ਉਹ ਵੀ ਸਕਸੈਸਫੁਲ ਹੋ ਜਾਵੇਗੀ। ਨੈਕਸਟ ਜਿਹੜੀ ਹੈਗੀ ਆ ਕਮਿਊਨੀਕੇਸ਼ਨ ਬੈਰੀਅਰ ਨੂੰ ਰਿਮੂਵ ਕਰਨ ਦੇ ਲਈ ਸਾਨੂੰ ਇੱਕ ਪ੍ਰੋਪਰ ਮੀਡੀਅਮ, ਮਤਲਬ ਜਿਸ ਮੀਡੀਅਮ ਦੇ ਥਰੂ ਅਸੀਂ ਜਿਹੜੀ ਹੈਗੀ ਕਮਿਊਨੀਕੇਸ਼ਨ, ਜਿਸ ਚੈਨਲ ਦੇ ਥਰੂ ਅਸੀਂ ਕਮਿਊਨੀਕੇਸ਼ਨ ਕਰਨੀ ਆ ਉਸ ਚੀਜ਼ ਦਾ ਜਿਹੜਾ ਚੁਣਾਵ ਆ ਉਹ ਵੀ ਬਹੁਤ ਜ਼ਿਆਦਾ ਮਹੱਤਵ ਰੱਖਦਾ ਹੈ। ਠੀਕ ਹੈ, ਜਿੱਦਾਂ ਕਿ ਹੁੰਦਾ ਕਿ ਕਈ ਵਾਰੀ ਕਈ ਮੈਸੇਜ ਵਰਬਲੀ ਦੇਣੇ ਪੈਂਦੇ ਆ, ਰਾਈਟ। ਕਈ ਵਾਰੀ ਕਈ ਮੈਸੇਜ ਜਿਹੜੇ ਹੈਗੇ ਉਹ ਰਿਟਨ ਫਾਰਮ ਦੇ ਵਿੱਚ ਦੇਣੇ ਪੈਂਦੇ ਆ ਤੇ ਇਹ ਚੀਜ਼ਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਵੀ ਕਿਹੜੇ ਮੈਸੇਜ ਅਸੀਂ ਵਰਬਲੀ ਦੇਣੇ ਆ ਤੇ ਕਿਹੜੇ ਮੈਸੇਜ ਅਸੀਂ ਰਿਟਨ ਦੇਣੇ ਆ। ਦੇਖੋ, ਜੇ ਕੋਈ ਕੰਪਨੀ ਹੈ, ਕੋਈ ਮਤਲਬ ਹੈਗਾ ਸਾਡੇ ਕੋਲ ਮੈਨੇਜਰ ਆ, ਉਹਨੇ ਜੇ ਕੋਈ ਸ਼ਾਰਟ ਮੈਸੇਜ ਦੇਣਾ, ਉਹ ਜਿੰਨਾ ਹੋ ਸਕੇ ਉਹ ਜਿਹੜਾ ਉਸ ਮੈਸੇਜ ਨੂੰ ਜਿਹੜਾ ਹੈਗਾ ਉਹ ਵਰਬਲੀ ਦੇਵੇ ਤਾਂ ਜ਼ਿਆਦਾ ਵਧੀਆ ਹੁੰਦਾ ਹੈ, ਰਾਈਟ। ਕਈ ਵਾਰੀ ਕੀ ਹੁੰਦਾ ਹੈ ਕਿ ਕਈ ਕੰਪਲੈਕਸ ਮੈਸੇਜਸ ਵੀ ਹੁੰਦੇ ਆ ਜਿਨ੍ਹਾਂ ਨੂੰ ਵਰਬਲੀ ਅਸੀਂ ਜਦੋਂ ਦਿੰਦੇ ਆ, ਜਿਹੜੇ ਹੈਗੇ ਸਾਡੇ ਇੰਪਲੋਏ ਹੈਗੇ ਉਹ ਉਸ ਚੀਜ਼ ਨੂੰ ਨਹੀਂ ਸਮਝ ਪਾਉਂਦੇ, ਰਾਈਟ। ਤੇ ਉਸ ਟਾਈਮ ਕੀ ਹੁੰਦਾ ਕਿ ਜਿਹੜੇ ਕੰਪਲੈਕਸ ਮੈਸੇਜਸ ਹੈਗੇ ਆ ਉਹ ਸਾਨੂੰ ਕਿਸ ਤਰੀਕੇ ਦੇ ਨਾਲ ਦੇਣੇ ਚਾਹੀਦੇ ਆ, ਉਹ ਸਾਨੂੰ ਰਿਟਨ ਫਾਰਮ ਦੇ ਵਿੱਚ ਦੇਣੇ ਚਾਹੀਦੇ ਆ, ਤਾਂ ਕਿ ਜਿਸ ਸਮੇਂ ਵਰਬਲੀ ਅਸੀਂ ਮੈਸੇਜ ਦਿੱਤਾ ਹੋ ਸਕਦਾ ਕਿ ਉਸ ਵੇਲੇ ਉਹਨਾਂ ਨੂੰ ਸਮਝ ਨਾ ਆਉਣ, ਜਦੋਂ ਆਪਾਂ ਉਹਨਾਂ ਨੂੰ ਰਿਟਨ ਫਾਰਮ ਦੇ ਵਿੱਚ ਆਪਾਂ ਦੇ ਦੇਵਾਂਗੇ ਤੇ ਉਸ ਮੈਸੇਜ ਨੂੰ ਚੰਗੇ ਤਰੀਕੇ ਦੇ ਨਾਲ ਅੰਡਰਸਟੈਂਡ ਕਰ ਪਾਉਣਗੇ, ਰਾਈਟ। ਤੇ ਇਸ ਕਰਕੇ ਜਿਹੜਾ ਹੈਗਾ ਕਮਿਊਨੀਕੇਸ਼ਨ ਬੈਰੀਅਰ ਨੂੰ ਰਿਮੂਵ ਕਰਨ ਦੇ ਲਈ
ਪ੍ਰੋਪਰ ਮੀਡੀਅਮ ਦਾ ਜਿਹੜਾ ਹੈਗਾ ਆ ਚੂਜ਼ ਕਰਨਾ, ਠੀਕ ਹੈ, ਪ੍ਰੋਪਰ ਮੀਡੀਅਮ ਦਾ ਚੁਣਾਵ ਕਰਨਾ ਵੀ ਬਹੁਤ ਜ਼ਿਆਦਾ ਹੀ ਇੰਪੋਰਟੈਂਟ ਹੈ। ਇਹਨਾਂ ਤਰੀਕਿਆਂ ਨੂੰ ਜਿਹੜਾ ਹੈਗਾ ਆਪਣਾ ਯੂਜ਼ ਕਰਕੇ ਜਿਹੜੇ ਆਪਣੇ ਕਮਿਊਨੀਕੇਸ਼ਨ ਬੈਰੀਅਰਸ ਹੈਗੇ ਆ ਉਹਨਾਂ ਨੂੰ ਰਿਮੂਵ ਕਰ ਸਕਦੇ ਆ। ਆਈ ਹੋਪ ਤੁਹਾਨੂੰ ਇਹ ਜਿਹੜਾ ਹੈਗਾ ਆ ਟੌਪਿਕ ਕਲੀਅਰ ਹੋ ਗਿਆ ਹੋਵੇਗਾ ਅਤੇ ਇਹਦੇ ਰਿਗਾਰਡਿੰਗ ਹੁਣ ਕੋਈ ਡਾਊਟ ਨਹੀਂ ਰਹੇਗੀ ਤੁਹਾਡੇ ਮਾਈਂਡ ਦੇ ਵਿੱਚ। ਥੈਂਕ ਯੂ ਐਂਡ ਹੈਵ ਅ ਨਾਈਸ ਡੇ।